ਤੀਜਾ ਕਿਹੜਾ ਟਿਪ ਹੈ, ਮਿਸਾਲ ਦੇ ਤੌਰ ਤੇ ਤੁਸੀਂ ਹੁਆਬ ਸੋਚਿਆ ਕਰੋ, ਹੁਆਬ ਸੋਚਿਆ ਕਰੋ, ਉਹ ਵੀ ਇਟਾਲੀਅਨ ਜ਼ਬਾਨ ਦੇ ਵਿੱਚ ਸੋਚਿਆ ਕਰੋ। ਹਾਂਜੀ, ਕੀ ਹਾਲ ਹੈ? ਅੱਜ ਦੇ 10 ਜਿਹੜੇ ਟਿਪ ਨੇ ਇਹਨਾਂ ਨਾਲ ਤੁਹਾਨੂੰ ਇਟਾਲੀਅਨ ਬੋਲਣੀ ਸਮਝਣੀ ਆਸਾਨ ਹੋ ਜਾਏਗੀ। ਪਹਿਲਾ ਕਿਹੜਾ ਟਿਪ ਹੈ, ਜਦੋਂ ਵੀ ਤੁਸੀਂ ਕਿਸੇ ਨਾਲ ਗੱਲ ਕਰਨੀ ਹੈ ਤੁਸੀਂ ਇਟਾਲੀਅਨ ਦੇ ਵਿੱਚ ਸੋਚ ਕੇ ਗੱਲ ਕਰਨੀ, ਕਿਉਂਕਿ ਤੁਸੀਂ ਜ਼ਬਾਨ ਜੇ ਇਟਾਲੀਅਨ ਸਿੱਖ ਰਹੇ ਹੋ ਜਾਂ ਸਮਝ ਰਹੇ ਹੋ ਤੇ ਤੁਹਾਨੂੰ ਇਹ ਵੀ ਚੀਜ਼ ਸਮਝਣੀ ਪੈਣੀ ਕਿ ਕੋਈ ਵੀ ਲੈਂਗੁਏਜ ਜ਼ਬਾਨ ਹੈ, ਅਗਰ ਉਸ ਜ਼ਿਹਨ ਦੇ ਵਿੱਚ ਤੁਸੀਂ ਨਹੀਂ ਨਾ ਸੋਚਣ ਲੱਗੇ ਤੇ ਉਹ ਤੁਹਾਡੀਆਂ ਗਲਤੀਆਂ ਹੋਣਗੀਆਂ। ਅਗਰ ਤੁਸੀਂ ਮਾਦਰੀ ਜ਼ਬਾਨ ਦੇ ਵਿੱਚ ਮਸਲਨ ਉਰਦੂ ਹੈ ਤੁਹਾਡੀ ਮਾਦਰੀ ਜ਼ਬਾਨ, ਬੰਗਾਲੀ ਹੈ, ਹਿੰਦੀ ਹੈ ਜਾਂ ਪੰਜਾਬੀ ਹੈ, ਉਹਦੇ ਵਿੱਚ ਸੋਚੋਗੇ ਤੇ ਉਹਦੇ ਨਾਲ ਗਲਤੀਆਂ ਹੋਣਗੀਆਂ। ਅੱਛਾ, ਇਟਾਲੀਅਨ ਵਿੱਚ ਸੋਚਣ ਦਾ ਫਾਇਦਾ ਕੀ ਹੈ? ਫਾਇਦਾ ਇਹਦਾ ਇਹ ਵੇ, ਇਹਦੇ ਨਾਲ ਮਹਾਰਤ ਬੰਦੇ ਨੂੰ ਪੈਦਾ ਹੁੰਦੀ ਹੈ, ਗਲਤੀਆਂ ਘਟਦੀਆਂ ਨੇ ਤੇ ਬੰਦੇ ਦਾ ਆਟੋਮੈਟਿਕ ਜਿਹੜਾ ਜ਼ਿਹਨ ਹੈ ਨਾ ਉਹ ਇਟਾਲੀਅਨ ਦੇ ਵਿੱਚ ਸੋਚਦਾ ਹੈ। ਗੱਲ ਕਰਦੇ ਆ ਮਸਲਨ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ, ਮਿਸਾਲ ਦੇ ਤੌਰ ਤੇ ਈਓ ਵੋਲੀਓ, ਅੱਗੋਂ ਤੁਸੀਂ ਭੁੱਲ ਜਾਂਦੇ ਹੋ ਈਓ ਵੋਲੀਓ ਸੈਕੋਂਡੋ ਮੈਂ come si dice in italiano, ਇਟਾਲੀਅਨ ਦੇ ਵਿੱਚ ਕੀ ਕਹਿੰਦੇ ਨੇ? ਈਓ ਵੋਲੀਓ parlare, ਮੈਂ ਗੱਲਬਾਤ ਕਰਨਾ ਚਾਹੁੰਦਾ, ਈਓ ਵੋਲੀਓ andare, ਮੈਂ ਜਾਣਾ ਚਾਹੁੰਦਾ ਵਾਂ। ਰਾਮ ਨਾਲ ਗਲਤੀ ਕਰ ਲਿਆ ਕਰੋ, ਲੇਕਿਨ ਇਟਾਲੀਅਨ ਨੂੰ ਜ਼ਿਹਨ ਦੇ ਵਿੱਚ ਸੋਚਿਆ ਕਰੋ। ਅਗਰ ਤੁਸੀਂ ਕੋਈ ਆਪਣੀ ਮਾਦਰੀ ਜ਼ਬਾਨ ਪਹਿਲਾਂ ਸੋਚ ਕੇ ਤੇ ਫਿਰ ਇਟਾਲੀਅਨ ਦੇ ਵਿੱਚ ਉਹਦਾ ਤਰਜਮਾ ਸਮਝਦੇ ਹੋ, ਫਿਰ ਇਹਦੇ ਅਗਲੇ ਬੰਦੇ ਨਾਲ ਗੱਲ ਕਰਦੇ ਹੋ, ਇਹਦੇ 'ਚ ਗਲਤੀਆਂ ਆਉਂਦੀਆਂ। ਨਾ ਤੁਸੀਂ ਆਰਟੀਕਲ ਸਹੀ ਲਾ ਸਕੋਗੇ, ਨਾ ਤੁਸੀਂ ਕੋਈ ਵਰਬ ਲਾ ਸਕੋਗੇ, ਇਹਦਾ ਤੁਹਾਨੂੰ ਨੁਕਸਾਨ ਹੋਵੇਗਾ। ਅੱਛਾ, ਦੂਜਾ ਕਿਹੜਾ ਟਿਪ ਹੈ, ਧਿਆਨ ਨਾਲ ਵੇਖਣਾ। ਅੱਛਾ, ਦੂਜਾ ਇਹਦਾ ਟਿਪ ਹੈ, ਤੁਸੀਂ ਖੁਦ ਨਾਲ ਇਟਾਲੀਅਨ ਦੇ ਵਿੱਚ ਗੱਲਾਂ ਕਰੋ। ਕਿਵੇਂ? ਤੁਸੀਂ ਇੱਕ ਆਇਨੇ ਦੇ ਸਾਹਮਣੇ, ਇੱਕ ਸ਼ੀਸ਼ੇ ਦੇ ਸਾਹਮਣੇ ਖਲੋ ਜਾਵੋ, ਉਹਦੇ ਵਿੱਚ ਗੱਲਾਂ ਕਰੋ ਆਪਣੇ ਆਪ ਨਾਲ, ਸ਼ਰਮਿੰਦਾ ਨਹੀਂ ਹੋਣਾ, ਆਪਣੀ ਤਿਆਰੀ ਕਰਨੀ ਹੈ। ਜਦੋਂ ਤੁਸੀਂ ਇਕੱਲੇ ਹੋਵੋ ਜਾਂ ਆਇਨੇ ਦੇ ਵਿੱਚ ਖਲੋ ਕੇ ਇਟਾਲੀਅਨ ਬੋਲੋ ਆਪਣੇ ਆਪ ਨਾਲ, ਸਮਝੋ ਇਟਾਲੀਅਨ ਨੂੰ, ਗਲਤੀ ਹੋਵੇ ਕੋਈ ਟੈਨਸ਼ਨ ਨਹੀਂ ਹੈ, ਕਿਉਂਕਿ ਤੁਹਾਡੀ ਮਸ਼ਕ ਹੋਣੀ ਚਾਹੀਦੀ ਹੈ, ਐਜ਼ਰਚੀਸੀ ਹੋਣੀ ਚਾਹੀਦੀ ਹੈ। ਇਹਦੇ ਨਾਲ ਇਟਾਲੀਅਨ ਸਿੱਖਣ ਵਿੱਚ ਤੁਹਾਨੂੰ ਆਸਾਨੀ ਹੋਵੇਗੀ ਤੇ ਬਹੁਤ ਜਲਦੀ ਇਟਾਲੀਅਨ ਤੁਹਾਨੂੰ ਆਵੇਗੀ। ਤੀਜਾ ਜਿਹੜਾ ਟਿਪ ਹੈ, ਹੁਆਬ ਸੋਚਿਆ ਕਰੋ। ਹੁਆਬ ਆਪਣੇ ਜ਼ਿਹਨ ਦੇ ਵਿੱਚ ਸੋਚਿਆ ਕਰੋ ਤੇ ਇਟਾਲੀਅਨ ਦੇ ਵਿੱਚ ਸੋਚਿਆ ਕਰੋ। ਨਾ ਕਿਸੇ ਨੂੰ ਪਤਾ ਲੱਗੇ, ਨਾ ਕੋਈ ਟੈਨਸ਼ਨ, ਨਾ ਪਰੇਸ਼ਾਨੀ, ਇਟਾਲੀਅਨ ਨੂੰ ਜ਼ਿਹਨ ਦੇ ਵਿੱਚ ਘੁਮਾਇਆ ਕਰੋ। ਇਹਦੇ ਨਾਲ ਤੁਹਾਡਾ ਜਿਹੜਾ ਜ਼ਿਹਨ ਹੈ ਉਹ ਆਟੋਮੈਟਿਕ ਲਫ਼ਜ਼ ਲੱਭੇਗਾ ਇਟਾਲੀਅਨ। ਅੱਛਾ ਜੀ, ਉਸ ਤੋਂ ਬਾਅਦ ਚੌਥਾ ਕਿਹੜਾ ਟਿਪ ਹੈ? ਚੌਥਾ ਟਿਪ ਹੈ, ਕੋਈ ਵੀ ਪ੍ਰੋਗਰਾਮ ਹੈ, ਕੋਈ ਵੀ ਚੀਜ਼ ਹੈ ਜਿਹੜੀ ਇਟਾਲੀਅਨ ਸਿੱਖਣ ਵਿੱਚ ਤੁਹਾਨੂੰ ਮਦਦ ਦਿੰਦੀ ਹੈ, ਉਹ ਬਾਰ-ਬਾਰ ਵੇਖੋ, 2-3 ਵਾਰੀ ਇੱਕ ਹੀ ਵੀਡੀਓ ਵੇਖੋ, ਜਿਹੜੇ ਲਫ਼ਜ਼ ਨੇ ਤੁਹਾਡੇ ਜ਼ਿਹਨ ਦੇ ਵਿੱਚ ਘੁੰਮਣ ਦੇ, ਉਹਦੇ ਨਾਲ ਤੁਹਾਨੂੰ ਇਟਾਲੀਅਨ ਸਿੱਖਣ ਵਿੱਚ ਮਦਦ ਹੋਵੇਗੀ। ਉਸ ਤੋਂ ਬਾਅਦ ਪੰਜਵਾਂ ਕਿਹੜਾ ਟਿਪ ਹੈ? ਡੇਲੀ ਦੀ 10 ਤੋਂ 15 ਮਿੰਟ ਪ੍ਰੈਕਟਿਸ ਕਰਿਆ ਕਰੋ। ਪ੍ਰੈਕਟਿਸ ਕਿਵੇਂ? ਲਿਖਿਆ ਕਰੋ, ਸਮਝਿਆ ਕਰੋ, ਬੋਲਣ ਦੀ ਸਭ ਤੋਂ ਜ਼ਿਆਦਾ ਪ੍ਰੈਕਟਿਸ ਕਰਿਆ ਕਰੋ। ਸਮਝਿਆ, ਬੋਲਿਆ, ਲਿਖਿਆ, ਇਹਦੇ ਨਾਲ ਇਟਾਲੀਅਨ ਆਸਾਨੀ ਨਾਲ ਆਉਂਦੀ ਹੈ। 6ਵਾਂ ਟਿਪ ਹੈ, ਬਜਾਏ ਕਿ ਤੁਸੀਂ ਹਫ਼ਤੇ ਵਿੱਚ 1 ਘੰਟਾ ਪੜ੍ਹੋ ਜਾਂ ਸਿੱਖੋ, ਜਾਂ ਬਜਾਏ ਕਿ ਤੁਸੀਂ 1 ਘੰਟਾ ਹਫ਼ਤੇ 'ਚ ਸਿੱਖੋ, ਉਹਦੇ ਨਾਲ ਡੇਲੀ ਦੇ 10 ਮਿੰਟ ਸਿੱਖ ਲਿਆ ਕਰੋ। ਬਜਾਏ ਕਿ ਤੁਸੀਂ ਹਫ਼ਤੇ 'ਚ 1 ਘੰਟਾ ਦਿਓ ਇਟਾਲੀਅਨ ਨੂੰ, ਉਹਦੇ ਨਾਲ ਬਿਹਤਰ ਹੈ ਡੇਲੀ ਦੇ ਤੁਸੀਂ 10-12 ਮਿੰਟ, 7 ਮਿੰਟ ਇਟਾਲੀਅਨ ਨੂੰ ਦੇਵੋ। ਉਹਦੇ ਨਾਲ ਤੁਹਾਡੀ ਡੇਲੀ ਦੀ ਐਜ਼ਰਚੀਸੀ ਉਹ ਪ੍ਰੈਕਟਿਸ ਹੋਵੇਗੀ, ਉਹਦੇ ਨਾਲ ਤੁਹਾਨੂੰ ਇਟਾਲੀਅਨ ਆਵੇਗੀ। 7ਵਾਂ ਕਿਹੜਾ ਟਿਪ ਹੈ? घर में चीज़ों के नामों को इटालियन में पुकारें। जैसे मैं कहता हूँ अलमारी है, अरमादियो, तावलो, सेदिए, उस तो बाद पेन्ना, कोलतेलो, ਬੂਏ ਨੂੰ ਪੋਰਤਾ ਆਖ ਲਿਆ, ਉਸ ਤੋਂ ਬਾਅਦ ਮੰਜੀ ਨੂੰ ਲੈਤੋ ਆਖ ਲਿਆ, ਸ਼ੀਸ਼ੇ ਨੂੰ ਸਪੇਕੀਓ ਆਖ ਲਿਆ, ਉਸ ਤੋਂ ਬਾਅਦ ਕੱਪ ਨੂੰ ਤਸ ਆਖ ਲਿਆ, ਉਸ ਤੋਂ ਬਾਅਦ ਪਲੇਟ ਨੂੰ ਪਿਆਤੀ ਆਖ ਲਿਆ, ਕੱਪੜੇ ਧੋਣ ਵਾਲੀ ਮਸ਼ੀਨ ਨੂੰ ਲਾਵਾਤਰੀਚੇ ਆਖ ਲਿਆ। ਗੱਲਾਂ ਕਰਿਆ ਕਰੋ, ਜਿਹੜੀਆਂ ਘਰ ਵਿੱਚ ਚੀਜ਼ਾਂ ਨੇ ਉਹਨਾਂ ਨੂੰ ਇਟਾਲੀਅਨ ਦੇ ਵਿੱਚ ਪੁਕਾਰਿਆ ਕਰੋ, ਤਾਂ ਕਿ ਤੁਹਾਡੇ ਜ਼ਿਹਨ ਦੇ ਵਿੱਚ ਇਹ ਵੀ ਸਿੱਖਣ ਦੀ ਮਹਾਰਤ ਪੈਦਾ ਹੋਵੇ। ਉਸ ਤੋਂ ਬਾਅਦ 8ਵਾਂ ਜਿਹੜਾ ਟਿਪ ਹੈ, ਗਲਤੀਓਂ ਸੇ ਨਾ ਡਰੇ। ਗਲਤੀ ਹੁੰਦੀ, ਗਲਤੀ ਹੋਣ ਦਿਓ, ਗਲਤੀ ਨਾਲ ਹੀ ਬੰਦਾ ਸਿੱਖਦਾ ਹੈ। ਇਨਸਾਨ ਗਲਤੀ ਦਾ ਪੁਖਤਾ ਹੈ, ਇਨਸਾਨ ਗਲਤੀ ਨਾਲ ਹੀ ਸਿੱਖਦਾ ਹੈ। ਅਗਰ ਇਨਸਾਨ ਗਲਤੀ ਨਾ ਕਰੇ ਤਾਂ ਸਿੱਖ ਨਹੀਂ ਸਕਦਾ। ਇਟਾਲੀਅਨ 'ਚ ਗਲਤੀਆਂ ਹੁੰਦੀਆਂ ਨੇ, ਹੋਣ ਦਿਓ। ਕੋਈ ਤੁਹਾਨੂੰ ਮੂੰਹ 'ਤੇ ਆਖਦਾ ਤੂੰ ਸਹੀ ਨਹੀਂ ਬੋਲਦਾ, ਉਹਨੂੰ ਆਖ ਤੂੰ ਲੱਗਾ ਰਹੋ। ਇੱਕ ਦਿਨ ਆਵੇਗਾ ਉਹੀ ਬੰਦਾ ਤੁਹਾਨੂੰ ਆਖੇਗਾ ਯਾਰ ਤੂੰ ਤਾਂ ਬੜੀ ਮਿਹਨਤ ਕਰਨਾ, ਕਿਵੇਂ ਤੂੰ ਇਟਾਲੀਅਨ ਸਿੱਖੀ ਹੈ। ਘਰੋਂ ਬਾਹਰ ਨਿਕਲਦੇ ਹੋ, ਕਿਤੇ ਤੁਹਾਨੂੰ ਵਰਕਾ ਲੱਭਦਾ, ਕੋਈ ਬਿਲੀਅਤੋ ਲੱਭਦੀ ਹੈ, ਉਹਦੇ ਉੱਤੇ ਪੜ੍ਹਦੇ ਰਿਹਾ ਕਰੋ। ਜਿੱਥੇ ਕਿਤੇ ਨਜ਼ਰ ਵੀ ਇਟਾਲੀਅਨ ਲਿਖੀ ਹੈ ਉਹਨੂੰ ਸਮਝਿਆ, ਆਰਟੀਕਲ ਕਿਵੇਂ ਇਸਤੇਮਾਲ ਹੋਇਆ, ਵਰਬ ਕਿੱਥੇ ਇਸਤੇਮਾਲ ਹੋਇਆ, ਇਹਦੇ ਨਾਲ ਵੀ ਤੁਹਾਨੂੰ ਆਸਾਨੀ ਹੋਵੇਗੀ। ਉਸ ਤੋਂ ਬਾਅਦ 10ਵਾਂ ਤੇ ਆਖਰੀ ਟਿਪ ਹੈ, ਸਬਰ ਰੱਖੇ। ਸਬਰ ਬੜੀ ਚੀਜ਼ ਹੈ, ਕੋਈ ਵੀ ਚੀਜ਼ ਹੈ ਉਹਨੂੰ ਸਿੱਖਣ ਲੱਗਿਆਂ, ਕਰਨ ਲੱਗਿਆਂ ਜਾਂ ਬਣਾਉਣ ਲੱਗਿਆਂ ਅਗਰ ਸਬਰ ਨਾ ਹੋਵੇ। ਉਸ ਤੋਂ ਬਾਅਦ ਆਖਰੀ ਜਿਹੜਾ ਇਜ਼ਾਫੀ ਟਿਪ ਹੈ ਉਹ ਇਹ ਵੇ, ਕੋਈ ਵੀ ਚੀਜ਼ ਹੈ ਤੁਹਾਡੇ ਕੋਲ, ਅਗਰ ਤੁਹਾਨੂੰ ਉਹਦੇ ਇਸਤੇਮਾਲ ਦਾ ਨਹੀਂ ਨਾ ਪਤਾ, ਉਹਦੇ ਹੋਣਾ ਜਾਂ ਨਾ ਹੋਣਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ। ਉਮੀਦ ਹੈ ਸਮਝ ਆਈ ਹੋਵੇਗੀ ਤੇ ਇਹਨਾਂ ਗੱਲਾਂ ਦੇ ਉੱਤੇ ਧਿਆਨ ਦੇਵੋ, ਇਟਾਲੀਅਨ ਸਿੱਖੋ। ਅਗਰ ਵੀਡੀਓ ਅੱਛੀ ਲੱਗੀ ਹੈ ਤਾਂ ਇਹਨੂੰ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਸ਼ੁਕਰੀਆ।